भगत सिंह टेररिस्ट है। और प्रजातंत्र को बचाने के लिए मेरे पक्ष में अपना वोट कास्ट करें। ਪਿਛਲੇ ਦਿਨੀ ਭਾਰਤ ਦੇ ਰਾਸ਼ਟਰਪਤੀ ਪਦ ਦੀਆਂ ਚੋਣਾਂ ਹੋਈਆਂ। ਉੜੀਸਾ ਪ੍ਰਾਂਤ ਵਿੱਚ ਜੰਮੀ ਦਲਿਤ ਆਦੀਵਾਸੀ ਮਹਿਲਾ ਦ੍ਰੋਪਦੀ ਮੁਰਮੂ ਜੀ ਭਾਰਤ ਦੇ ਨਵੇਂ ਰਾਸ਼ਟਰਪਤੀ ਵਜੋਂ ਚੁਣੇ ਗਏ ਹਨ। ਇਹਨਾਂ ਚੋਣਾਂ ਵਿੱਚ ਸ਼੍ਰੀਮਾਨ ਜਸ਼ਵੰਤ ਸਿਨਹਾ ਜੀ ਉਹਨਾਂ ਦੇ ਮੁਕਾਬਲੇ ਵਿੱਚ ਵਿਰੋਧੀ ਧਿਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਸਨ। ਉਹ ਬਿਹਾਰ ਦੇ ਪਟਨਾ ਦੇ ਜੰਮਪਲ ਹਨ। ਪਹਿਲਾਂ ਉਹਨਾਂ ਦੇ ਚੋਣ ਪ੍ਰਚਾਰ ਦੇ ਕੁਝ अंश सुनो। राष्ट्रपति भवन में हुआ तो उस कानून को मंजूरी नहीं दूंगा, क्योंकि आने वाले दिनों में ये दिशा तय करेगा कि भारत में प्रजातंत्र बचेगा या धीरे धीरे करके समाप्त हो जाएगा। कि जितने मतदाता हैं पूरे देश में वो अपने विवेक का इस्तेमाल करेंगे और प्रजातंत्र को बचाने के लिए मेरे पक्ष में अपना वोट ਕਾਸਟ ਕਰੇਗੇ। ਇਹਨਾਂ ਕਈ ਵਾਰ ਦਾਅਵਾ ਕੀਤਾ ਕਿ ਭਾਰਤ ਵਿੱਚ ਪ੍ਰਜਾਤੰਤਰ ਬਚਾਉਣ ਲਈ ਉਹਨਾਂ ਨੂੰ ਵੋਟ ਪਾ ਜਿਤਾਓ। पार्टी जिंदाबाद भ्रष्टाचार का एक ही काल, भ्रष्टाचार का एक ही काल। ਮਤਲਬ ਇਹ ਕਿਹਾ ਜਾ ਰਿਹਾ ਸੀ ਕਿ ਇਹਨਾਂ ਦੀ ਜਿੱਤ ਹੀ ਪ੍ਰਜਾਤੰਤਰ ਮਤਲਬ ਲੋਕਤੰਤਰ ਦੀ ਜਿੱਤ ਅਤੇ ਫਿਰ ਹਾਰ ਮਤਲਬ ਲੋਕਤੰਤਰ ਦੀ ਹਾਰ। ਇਹ ਖੁਦ ਦੀ ਚੋਣ ਨੂੰ ਹੀ ਲੋਕਤੰਤਰ ਦੀ ਜਿੱਤ ਅਤੇ ਹਾਰ ਦਰਸਾ ਰਹੇ ਹਨ। ਇਹ ਉੱਚ ਸਿੱਖਿਅਤ ਹਨ ਅਤੇ ਵੱਡੇ ਵੱਡੇ ਅਹੁਦਿਆਂ ਉੱਪਰ ਵਿਰਾਜਮਾਨ ਵੀ ਰਹੇ ਹਨ। ਪੋਲੀਟੀਕਲ ਸਾਇੰਸ ਵਿੱਚ MA ਕਰ ਇਹ IAS ਅਫਸਰ ਦੀ ਜੋਬ 'ਤੇ ਲੱਗੇ। ਇਸ ਦੌਰਾਨ ਵਿਦੇਸ਼ਾਂ ਵਿੱਚ ਵੀ ਜਿਵੇਂ ਜਰਮਨੀ ਫਰੈਂਕਫਰਟ ਵਿੱਚ ਵੀ ਸੇਵਾਵਾਂ ਦਿੱਤੀਆਂ। 1988 ਵਿੱਚ ਇਹ ਰਾਜ ਸਭਾ ਦੇ ਮੈਂਬਰ ਵੀ ਬਣੇ। ਜਨਤਾ ਦਲ ਤੋਂ ਬਾਅਦ ਇਹ BJP ਵਿੱਚ ਆ ਗਏ ਅਤੇ 1998 ਈਸਵੀ ਵਿੱਚ ਵਿੱਤ ਮੰਤਰੀ ਜਿਹੇ ਅਹੁਦੇ ਉੱਪਰ ਵੀ ਰਹੇ। ਜ਼ਿੰਦਗੀ ਭਰ ਦੇ ਤਜਰਬੇ ਅਤੇ ਪ੍ਰਾਪਤੀਆਂ ਤੋਂ ਬਾਅਦ ਵੀ ਇਹਨਾਂ ਦੇ ਇਹ ਬਿਆਨ ਇਹਨਾਂ ਦੇ ਮਾਨਸਿਕ ਪੱਧਰ ਅਤੇ ਹੰਕਾਰੀ ਪ੍ਰਵਿਰਤੀ ਨੂੰ ਦਰਸਾਉਂਦੇ ਹੋਏ ਸ਼ਰਮਨਾਕ ਹੀ ਲੱਗੇ। ਇਹਨਾਂ ਦੇ ਨੇ ਭਾਰਤੀ ਲੋਕਤੰਤਰ ਦੇ 4 ਪਿਲਰਾਂ ਵਿੱਚੋਂ ਇੱਕ ਜੁਡੀਸ਼ਰੀ ਮਤਲਬ ਨਿਆਂਪਾਲਿਕਾ ਵੀ ਖਾਸੀ ਚਰਚਾ ਵਿੱਚ ਰਹੀ। ਇੱਕ TV ਬਹਿਸ ਵਿੱਚ ਮੁਸਲਿਮ ਵਿਦਵਾਨ ਅਖਵਾਉਣ ਵਾਲੇ ਇੱਕ ਵਿਅਕਤੀ ਨੇ ਹਿੰਦੂਆਂ ਦੇ ਭਗਵਾਨ ਸ਼ਿਵ ਬਾਰੇ ਘਟੀਆ ਸ਼ਬਦ ਵਰਤੇ ਅਤੇ BJP ਦੀ ਰਾਸ਼ਟਰੀ ਬੁਲਾਰੇ ਨੂਪੁਰ ਸ਼ਰਮਾ ਨੂੰ ਉਕਸਾਇਆ ਤਾਂ ਉਸਨੇ ਵੀ ਮੁਸਲਮਾਨਾਂ ਦੇ ਪੈਗੰਬਰ ਮੁਹੰਮਦ ਸਾਹਿਬ ਬਾਰੇ ਕੁਝ ਤਲਖ ਟਿੱਪਣੀਆਂ ਕਰ ਦਿੱਤੀਆਂ। ਭਾਵੇਂ ਉਸਨੇ ਸੱਚ ਕਿਹਾ ਸੀ ਪਰ ਕਹਿਣ ਦਾ ਢੰਗ ਬੜਾ ਚੁਭਣ ਵਾਲਾ ਸੀ। ਇਸ ਦੇ ਨਤੀਜੇ ਵਜੋਂ ਸਾਜ਼ਿਸ਼ਨ ਇਸ ਦਾ ਪੁਰਜ਼ੋਰ ਵਿਰੋਧ ਹੋਇਆ ਅਤੇ ਦੇਸ਼ਾਂ ਵਿਦੇਸ਼ਾਂ ਤੱਕ ਵੀ ਇਹ ਵਿਰੋਧ ਫੈਲ ਗਿਆ। ਉਸ ਖਿਲਾਫ ਦੇਸ਼ ਦੇ ਕਈ ਹਿੱਸਿਆਂ ਵਿੱਚ ਮੁਕੱਦਮੇ ਦਰਜ ਕਰਾ ਦਿੱਤੇ ਗਏ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨੂਪੁਰ ਸ਼ਰਮਾ ਨੇ ਬਿਆਨ 'ਤੇ ਮਾਫ਼ੀ ਮੰਗ ਲਈ ਅਤੇ ਮੁਕੱਦਮਿਆਂ ਦਾ ਸਾਹਮਣਾ ਕਰਨ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਕਿ ਸਾਰੇ ਮੁਕੱਦਮੇ ਇੱਕ ਥਾਂ ਦਿੱਲੀ ਵਿੱਚ ਟਰਾਂਸਫਰ ਕਰ ਦਿੱਤੇ ਜਾਣ। ਜਵਾਬ ਵਿੱਚ ਸੁਪਰੀਮ ਕੋਰਟ ਦੇ 2 ਜੱਜਾਂ ਵੱਲੋਂ ਜੋ ਕਿਹਾ ਗਿਆ ਉਹ ਵੀ ਵਿਵਾਦ ਦਾ ਵਿਸ਼ਾ ਬਣ ਗਿਆ। ਉਹਨਾਂ ਨੇ ਮੌਖਿਕ ਸਟੇਟਮੈਂਟ ਵਿੱਚ ਧਰਮ ਦੇ ਨਾਂ 'ਤੇ ਅਖੌਤੀ ਕਤਲਾਂ ਅਤੇ ਹੋਰ ਘਟਨਾਵਾਂ ਬਾਰੇ ਸਿਰਫ ਅਤੇ ਸਿਰਫ ਨੂਪੁਰ ਸ਼ਰਮਾ ਨੂੰ ਹੀ ਦੋਸ਼ੀ ਕਰਾਰ ਦਿੱਤਾ, ਜੋ ਕਿ ਬਹੁਤ ਹੀ ਜ਼ਿਆਦਾ ਕੰਟਰੋਵਰਸ਼ੀਅਲ ਹੋ ਗਿਆ। ਸੋਚੋ, ਸੰਸਦ ਵਿੱਚ ਹੋਏ ਹਮਲੇ ਵੇਲੇ ਕੀ ਨੂਪੁਰ ਸ਼ਰਮਾ ਦਾ ਇਹ ਬਿਆਨ ਮੌਜੂਦ ਸੀ? ਉਦੋਂ ਤਾਂ ਇਹ ਬਿਆਨ ਆਇਆ ਹੀ ਨਹੀਂ ਸੀ, ਜਾਂ ਕਿਸੇ ਹੋਰ ਹੀ ਵਿਚਾਰਧਾਰਾ ਅਧੀਨ ਹਮਲਾ ਕੀਤਾ ਗਿਆ ਸੀ ਸੰਸਦ ਉੱਪਰ। ਮੁੰਬਈ ਵਿੱਚ ਹੋਏ ਆਤਮਘਾਤੀ ਹਮਲੇ ਜਿਨ੍ਹਾਂ ਵਿੱਚ ਸੈਂਕੜੇ ਲੋਕਾਂ ਦੀ ਜਾਨ ਗਈ ਅਤੇ ਅਰਬਾਂ ਦੀ ਸੰਪਤੀ ਦਾ ਨੁਕਸਾਨ ਹੋਇਆ, ਉਸ ਵੇਲੇ ਵੀ ਤਾਂ ਨੂਪੁਰ ਸ਼ਰਮਾ ਦਾ ਇਹ ਬਿਆਨ ਨਹੀਂ ਆਇਆ ਸੀ। ਉਸ ਵੇਲੇ ਕਿਹੜੀ ਮਾਨਸਿਕਤਾ ਇਹ ਕੰਮ ਕਰ ਰਹੀ ਸੀ? ਅਮਰੀਕਾ ਵਿੱਚ 9/11 ਵੇਲੇ ਵੀ ਇਹ ਬਿਆਨ ਨਹੀਂ ਆਇਆ ਸੀ, ਪਰ ਫਿਰ ਵੀ ਸੁਪਰੀਮ ਕੋਰਟ ਦੇ ਜੱਜ ਨੇ ਇਹ ਸਟੇਟਮੈਂਟ ਕਿਉਂ ਦਿੱਤੀ? ਸੁਪਰੀਮ ਕੋਰਟ ਦੇ ਦੋਵੇਂ ਜੱਜਾਂ ਨੇ ਇਹ ਓਰਲ ਸਟੇਟਮੈਂਟ ਤਾਂ ਦਿੱਤੀ, ਪਰ ਫੈਸਲੇ ਵਿੱਚ ਇਸ ਦਾ ਜ਼ਿਕਰ ਨਾ ਕੀਤਾ, ਮਤਲਬ ਦਰਜ ਨਾ ਕੀਤਾ। ਇਸ ਦਾ ਵਿਰੋਧ ਵੀ ਵੱਡੇ ਪੱਧਰ ਉੱਤੇ ਹੋਇਆ। ਵਿਰੋਧ ਵਿੱਚ 15 ਰਿਟਾਇਰ ਜੱਜਾਂ ਅਤੇ 77 ਦੇ ਕਰੀਬ ਬਿਊਰੋਕਰੈਟ ਅਤੇ ਭਾਰਤੀ ਸੈਨਾ ਵਿੱਚੋਂ ਉੱਚ ਪਦਾਂ ਤੋਂ ਰਿਟਾਇਰ ਹੋਏ 25 ਅਫਸਰਾਂ ਨੇ ਖੁੱਲ੍ਹਾ ਪੱਤਰ ਉਸ ਸਟੇਟਮੈਂਟ ਦੇ ਵਿਰੋਧ ਵਿੱਚ ਚੀਫ ਜਸਟਿਸ ਆਫ ਇੰਡੀਆ ਨੂੰ ਲਿਖ ਕੇ ਇਤਰਾਜ਼ ਜਤਾਇਆ।
ਸੁਪਰੀਮ ਕੋਰਟ ਦੇ ਜੱਜ ਸੂਰਿਆਕਾਂਤ ਅਤੇ ਜੇਬੀ ਪਾਰਦੀਵਾਲਾ ਦੀ ਬੈਂਚ ਨੇ ਇਹ ਫੈਸਲਾ ਦਿੱਤਾ ਸੀ। देखिए, सर्वोच्च न्यायालय भी कानून से ऊपर नहीं है, आपको ये समझना होगा। और कानून ये कहता है कि अगर किसी आदमी को आप दोषी ठहराना चाहते हैं तो आपको उसके ऊपर पहले चार्ज फ्रेम करना होगा। चार्ज फ्रेम करने के बाद उसका जो प्रोसिक्यूशन है, जिसने जो इन्वेस्टिगेशन की है, वो अपने साक्ष्य प्रस्तुत करेगी। साक्ष्य प्रस्तुत करने के बाद उसे ये मौका मिलता है कि वो उन साक्ष्यों के ऊपर अपना बयान दे। उसके बाद उसे ये मौका मिलता है कि वो अपने गवाह पेश करे। उसके बाद अदालत का ये कर्तव्य होता है कि वो सभी साक्ष्यों को ध्यान में रखकर अपना फैसला दे। लेकिन यहाँ क्या हुआ, यहाँ नुपुर शर्मा अपनी एफआईआर ट्रांसफर करवाने के लिए गई थी। सुप्रीम कोर्ट ने नुपुर शर्मा के बयान के ऊपर स्वतः संज्ञान ले लिया कि नुपुर शर्मा का बयान जनता को भड़काने वाला था। अगर सुप्रीम कोर्ट के जज को ये कहा जाए कि आप अदालत में आकर के गवाही दीजिए और बताइए कि ये बयान जनता को कैसे भड़काने वाला था, तो सुप्रीम कोर्ट के जज साहब को पेश होना पड़ेगा, अदालत में जाकर के बताना पड़ेगा कि वो कैसे उन्होंने ये बयान दिया। और अगर मैं जज होता ट्रायल कोर्ट का तो मैं सबसे पहले इन्हीं जज साहब को बुलाता, कहता कि आप आइए और गवाही दीजिए, बताइए कि नुपुर शर्मा ने क्या गलत कहा, क्यों गलत कहा और उसका प्रभाव आप किस रूप में कैसे देखते हैं। अखबारों के उस पर या कुछ लोगों के कहने पर या टीवी मीडिया और लोगों के उसके ऊपर आपने अपनी राय बना ली। आपने खुद क्या महसूस किया, आप ये बताइए, और कैसे महसूस किया। तो ये जो है काम सुप्रीम कोर्ट का नहीं है कि वो ट्रायल करे। जब कोई आदमी ट्रायल के लिए जाता है तो उसको सबसे पहले निचली अदालत में जाना पड़ता है, जो कि खुद सुप्रीम कोर्ट ने कहा कि आप मेरे पास क्यों आए, मजिस्ट्रेट है ट्रायल के लिए। तो मजिस्ट्रेट अगर ट्रायल के लिए है तो ये बात सुप्रीम कोर्ट कैसे भूल गया कि ट्रायल तो मजिस्ट्रेट करता है, मैं क्यों ट्रायल कर रहा हूं। तो ये इसलिए गैर कानूनी है, गैर जिम्मेदाराना है ही है, क्योंकि ये सुप्रीम कोर्ट कम से कम सैकड़ों ऐसे फैसले दे चुका है कि जजों को अपने केस से बाहर हटकर किसी प्रकार का गैर जिम्मेदाराना बयान नहीं देना चाहिए, केस से संबंधित बयान लेना। और यहाँ केस था कि एफआईआर ट्रांसफर करिए, 50 थानों में एफआईआर है, वो एक जगह ट्रायल हो, मेरी जान को खतरा है। और ये एक तथ्य है, क्योंकि ऐसे अन्य केस हो चुके हैं जिसमें नुपुर शर्मा को सपोर्ट करने वालों की हत्या। ਜਸਟਿਸ ਕੇ ਸੂਰਿਆਕਾਂਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਜੱਜ ਰਹਿ ਚੁੱਕੇ ਹਨ। 2018-19 ਵਿੱਚ ਉਹ ਹਿਮਾਚਲ ਦੇ ਚੀਫ ਜਸਟਿਸ ਵੀ ਰਹੇ ਹਨ। ਦੂਸਰਾ ਫੈਸਲਾ ਸੁਣਾਉਣ ਵਾਲੇ ਜੱਜ ਜੇਬੀ ਪਾਰਦੀਵਾਲਾ, ਉਹਨਾਂ ਦਾ ਵੀ ਚੰਗਾ ਸ਼ਾਨਦਾਰ ਰਿਕਾਰਡ ਰਿਹਾ ਹੈ, ਪਰ ਉਹਨਾਂ ਦੀ ਵਿਚਾਰਧਾਰਾ ਉੱਪਰ ਕਿਸੇ ਤਰ੍ਹਾਂ ਇੱਕ ਪਾਰਟੀ ਦੇ ਇਨਫਲੂਐਂਸ ਵਿੱਚ ਹੋਣ ਦਾ ਸਵਾਲ ਵੀ ਉੱਠਿਆ। ਉਹਨਾਂ ਦੇ ਪਿਤਾ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਗੁਜਰਾਤ ਵਿਧਾਨ ਸਭਾ ਦੇ 99-90 ਵਿੱਚ ਸਪੀਕਰ ਵੀ ਰਹਿ ਚੁੱਕੇ ਹਨ। ਇਸੇ ਕਰਕੇ ਸ਼ਾਇਦ ਉਹਨਾਂ ਉੱਪਰ ਇੱਕ ਪਾਰਟੀ ਵਿਸ਼ੇਸ਼ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਦਾ ਸ਼ੰਕਾ ਜ਼ਾਹਰ ਕੀਤਾ ਗਿਆ ਹੈ। ਜਿਨ੍ਹਾਂ ਵੱਲ ਲੋਕ ਇਨਸਾਫ ਲਈ ਤੱਕਦੇ ਹਨ, ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਪੱਖਪਾਤੀ ਹੋਣਾ ਸ਼ਰਮਨਾਕ ਹੈ। ਅਖੀਰ ਪੰਜਾਬ ਦੀ ਸੰਗਰੂਰ ਸੀਟ ਤੋਂ ਜਿੱਤੇ ਗਏ ਸਾਂਸਦ ਸਿਮਰਨਜੀਤ ਸਿੰਘ ਮਿਆਣ ਦੇ ਉਸ ਬਿਆਨ ਦੀ ਗੱਲ ਕਰਦੇ ਹਾਂ ਜੋ ਅੱਜ ਕੱਲ੍ਹ ਬਹੁਤ ਹੀ ਚਰਚਾ ਵਿੱਚ ਹੈ। ਹਰਿਆਣਾ ਦੇ ਕਰਨਾਲ ਵਿੱਚ ਉਹਨਾਂ ਵੱਲੋਂ ਦਿੱਤਾ ਗਿਆ ਪਹਿਲਾਂ ਇਹ ਬਿਆਨ ਸੁਣੋ, ਉਹ ਕੀ ਕਹਿ ਰਹੇ ਹਨ। आप समझिए सर भगत सिंह ने एक अंग्रेज नौजवान आईपी का अफसर मार दिया था, एक अमृतधारी सिख कांस्टेबल चंदन सिंह मार दिया था, जो नेशनल असेंबली थी उसमें बम फेंक दिया था। अब भगत सिंह टेररिस्ट है कि भगत है, ये आप बता दिए प्लीज। बेगना पुलिस आदमियों को मार देना, पार्लियामेंट में बम फेंक देना, वो शराफत की बात है।
ਸ਼ਹੀਦ ਭਗਤ ਸਿੰਘ ਭਾਰਤ ਅਤੇ ਖਾਸ ਕਰ ਪੰਜਾਬ ਵਿੱਚ ਬਹੁਤ ਹੀ ਸਨਮਾਨਿਤ ਸ਼ਖਸੀਅਤ ਹਨ। ਉਹਨਾਂ ਨੂੰ ਅਪਮਾਨਿਤ ਕਰਦੇ ਬਿਆਨ ਦੇ ਕੇ ਉਹਨਾਂ ਨੇ ਖੂਬ ਚਰਚਾ ਬਟੋਰ ਲਈ ਹੈ। ਭਗਤ ਸਿੰਘ ਦੇ ਨਾਂ ਤੇ ਰਾਜਨੀਤੀ ਕਰ ਸੱਤਾ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਕਿਧਰੇ ਵੀ ਨਜ਼ਰ ਨਹੀਂ ਆ ਰਹੀ ਹੈ। ਇਸੇ ਆੜ ਵਿੱਚ ਇਹਨਾਂ 1.5 ਫੁੱਟੀ ਤਲਵਾਰ, ਜਿਸ ਨੂੰ ਸ਼੍ਰੀ ਸਾਹਿਬ ਕਿਹਾ ਜਾਂਦਾ ਹੈ, ਤੋਂ ਬਿਨਾਂ ਹੀ ਭਾਰਤੀ ਸੰਵਿਧਾਨ ਦੀ ਸਹੁੰ ਚੁੱਕ ਕੇ ਉਹ ਭਾਰਤ ਦੇ ਸੰਸਦ ਬਣ ਗਏ ਹਨ। ਨਜਿੱਠਾ ਰੱਖਾਂਗਾ। ਭਾਰਤ ਦੀ ਸਰਵ ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਇਸ ਅਹੁਦੇ ਦੇ ਮੈਂ ਸੰਭਾਲਣ ਵਾਲਾ ਹਾਂ। ਉਸ ਦੇ ਕਰਤੱਵ ਨੂੰ ਸ਼ਰਧਾਪੂਰਵਕ ਨਿਭਾਵਾਂਗਾ। ਥੈਂਕ ਯੂ ਮਿਸਟਰ ਸਪੀਕਰ। ਇੱਕ ਖਾਸ ਵਿਚਾਰਧਾਰਾ ਦਾ ਮੋਢੀ ਹੋਣ ਦਾ ਦਾਅਵਾ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਦਾ ਭਗਤ ਸਿੰਘ ਬਾਰੇ ਦਿੱਤਾ ਗਿਆ ਇਹ ਬਿਆਨ ਕਿ ਜਾਣਬੁੱਝ ਕੇ ਕੰਟਰਾਵਰਸੀ ਪੈਦਾ ਕਰਨ ਲਈ ਦਿੱਤਾ ਗਿਆ ਬਿਆਨ ਨਹੀਂ ਜਾਪਦਾ। ਇਸੇ ਆੜ ਵਿੱਚ ਉਹਨਾਂ ਸੰਵਿਧਾਨ ਦੀ ਸਹੁੰ ਚੁੱਕ ਲਈ, ਉਹ ਵੀ ਬਿਨਾਂ ਸ਼੍ਰੀ ਸਾਹਿਬ ਦੇ, ਜਿਸ ਨੂੰ 1.5 ਫੁੱਟੀ ਤਲਵਾਰ ਕਿਹਾ ਜਾਂਦਾ ਹੈ। ਉਹ 1945 ਵਿੱਚ ਸ਼ਿਮਲਾ ਵਿੱਚ ਜੰਮੇ ਅਤੇ IPS ਦੇ ਤੌਰ ਤੇ ਫਿਰੋਜ਼ਪੁਰ ਦੇ SSP ਦੇ ਤੌਰ ਤੇ ਸੇਵਾ ਵੀ ਨਿਭਾ ਚੁੱਕੇ ਹਨ। ਉਹਨਾਂ ਦੇ ਪਿਤਾ ਲੈਫਟੀਨੈਂਟ ਕਰਨਲ ਜੋਗਿੰਦਰ ਸਿੰਘ ਮਾਨ ਭਾਰਤੀ ਫੌਜ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ ਅਤੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਹਨ। ਉਹਨਾਂ ਦੇ ਨਾਨਾ ਨੇ ਜਲਿਆਂਵਾਲੇ ਬਾਗ ਵਿੱਚ ਹੱਤਿਆਕਾਂਡ ਕਰਨ ਵਾਲੇ ਜਨਰਲ ਡਾਇਰ ਨੂੰ ਹਰਿਮੰਦਰ ਸਾਹਿਬ ਸਦ ਸ਼ਰੋਪਾ ਦੇ ਸਨਮਾਨਿਤ ਕੀਤਾ ਸੀ। ਇਹਨਾਂ ਉੱਚ ਪਦਾਂ 'ਤੇ ਰਹਿਣ ਵਾਲੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ। ਇਹਨਾਂ ਦੇ ਬਿਆਨ ਸੁਣ ਭਾਵੁਕਤਾ ਵਸ ਵਿਸ਼ਵਾਸ ਕਰਨਾ ਮੂਰਖਤਾ ਵਾਲਾ ਕੰਮ ਹੁੰਦਾ ਹੈ। ਪਹਿਲੇ ਇਹਨਾਂ ਦੇ ਬਿਆਨਾਂ ਨੂੰ ਚੰਗੀ ਤਰ੍ਹਾਂ ਘੋਖੋ ਅਤੇ ਫਿਰ ਵਿਸ਼ਵਾਸ ਕਰੋ।